ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਨ ਲਈ ਹਰ ਰੋਜ਼ ਤਰ੍ਹਾਂ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਉਹਨਾਂ ਦੇ ਸਵਾਗਤ ਨਾਲ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਸਭ ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ। ਪਰ ਸਾਹਿਬ, ਜਦੋਂ ਵੀ ਮਹਾਨ ਸ਼ਹੀਦਾਂ ਦੀ ਗੱਲ ਚੱਲਦੀ ਹੈ ਤਾਂ ਸ਼ਹੀਦ ਊਧਮ ਸਿੰਘ ਦਾ ਨਾਮ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ਅੱਜ ਦਿਨ ਹੈ ਉਹ ਜਦੋਂ ਸ਼ਹੀਦ ਊਧਮ ਸਿੰਘ ਇਸ ਦਿਨ ਸ਼ਹੀਦ ਹੋਏ ਸੀਗੇ, ਕੀ ਕਹਿਣਾ ਚਾਹੋਗੇ? ਸ਼ਹੀਦ ਊਧਮ ਸਿੰਘ ਸਾਡੀ ਆਜ਼ਾਦੀ ਲਹਿਰ ਦੇ ਗਿਣਵੇਂ ਚੁਣਵੇਂ ਲਾਸਾਨੀ ਸ਼ਹੀਦਾਂ 'ਚੋਂ ਇੱਕ ਆ ਜੀ, ਜਿਨ੍ਹਾਂ ਦੇ ਨਾਂ ਲੈ ਕੇ ਡੋਲੇ ਫਰਕਦੇ ਆ। ਉਹਨਾਂ 'ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਉਹਨਾਂ ਤੋਂ ਪਹਿਲੀ ਪੀੜ੍ਹੀ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਇਸ ਤਰ੍ਹਾਂ ਬਹੁਤ ਸਾਰੇ ਹੋਰ ਨੇ ਜਿਹੜੇ ਦੇਸ਼ ਦੀ ਖਾਤਰ ਫਾਂਸੀਆਂ ਦੇ ਰੱਸੇ ਚੁੰਮ ਗਏ, ਕੁਰਬਾਨੀਆਂ ਕੀਤੀਆਂ ਤਾਂ ਕਿ ਦੇਸ਼ ਆਜ਼ਾਦ ਹੋ ਜਾਏ। ਜੀ, ਦੁੱਖ ਦੀ ਗੱਲ ਹੈ ਕਿ ਉਹਨਾਂ ਦੀਆਂ ਕੁਰਬਾਨੀਆਂ ਦੀ ਕਦਰ ਨਹੀਂ ਪਈ। ਸ਼ਹੀਦ ਊਧਮ ਸਿੰਘ ਬੜੇ ਨਿਵੇਕਲੇ ਹਾਲਾਤ ਵਿੱਚ ਪਰਿਵਾਰ ਵੱਲੋਂ ਮੁਸ਼ਕਿਲਾਂ 'ਚ ਫਸਿਆ ਹੋਣ ਕਰਕੇ ਅੰਮ੍ਰਿਤਸਰ ਦੇ ਸੈਂਟਰਲ ਖਾਲਸਾ ਯਤੀਮਖਾਨਾ ਵਿੱਚ ਭੇਜ ਦਿੱਤਾ ਗਿਆ। ਜਦੋਂ ਡਾਇਰ ਨੇ ਜਲ੍ਹਿਆਂਵਾਲੇ ਬਾਗ ਵਿੱਚ ਗੋਲੀ ਚਲਾਈ ਹੈ, ਕਹਿੰਦੇ ਆ ਕਿ ਉੱਥੋਂ ਜਾ ਕੇ ਮਿੱਟੀ ਦੀ ਮੁੱਠ ਭਰ ਕੇ ਲਿਆ ਅਤੇ ਉਹਦੀ ਸਹੁੰ ਖਾਧੀ ਕਿਵੇਂ ਬਦਲਾ ਲਊਂ। ਕਈਆਂ ਦੇਸ਼ਾਂ ਤੋਂ ਘੁੰਮਦਾ ਘੁਮਾਉਂਦਾ ਇੰਗਲੈਂਡ ਆਇਆ ਤਾਂ ਕਿ ਡਾਇਰ ਤੋਂ ਬਦਲਾ ਲੈ ਸਕਾਂ। ਉਹਨੇ ਚਿਰ ਨੂੰ ਡਾਇਰ ਦੀ ਮੌਤ ਹੋ ਗਈ। ਫਿਰ ਇਹਨੂੰ ਪਤਾ ਲੱਗਾ ਕਿ ਉਸ ਵਕਤ ਦਾ ਪੰਜਾਬ ਦਾ ਗਵਰਨਰ ਮਾਈਕਲ ਓਡਵਾਇਰ, ਜਿਹੜਾ ਡਾਇਰ ਦੀ ਪਿੱਠ 'ਤੇ ਖੜਾ ਸੀ ਜੀ, ਔਰ ਪੂਰੀ ਸ਼ਹਿ ਸੀ ਉਹਨੂੰ, ਉਹ ਫਲਾਣੇ ਥਾਂ ਆ ਰਿਹਾ, ਉੱਥੇ ਪਹੁੰਚ ਗਿਆ। ਮਾਈਕਲ ਓਡਵਾਇਰ ਆਖਣ ਲੱਗ ਪਿਆ, ਮੈਂ ਆਹ ਕਰਤਾ, ਮੈਂ ਉਹ ਕਰਤਾ। ਮੈਂ ਡਾਇਰ ਨੂੰ ਵੀ ਆਖਿਆ, ਇਹਨੇ ਆਖਿਆ ਤੂੰ ਆਖਿਆ ਹੁਣ ਠਹਿਰ ਜਾ। ਇਹਨੇ ਉਹਨੂੰ ਮਾਰ ਕੇ ਬਦਲਾ ਲੈ ਲਿਆ। ਸਾਡੇ ਇੱਥੇ ਬਹੁਤ ਸਾਰੇ ਲੇਖਕ ਇਹੋ ਜਿਹੇ ਆ, ਇਤਿਹਾਸਕਾਰ ਵੀ ਇਹੋ ਜਿਹੇ ਆ, ਜਿਨ੍ਹਾਂ ਨੂੰ ਇਤਿਹਾਸ ਦਾ ਵੀ ਪਤਾ ਨਹੀਂ, ਆਪ ਪੜ੍ਹਿਆ ਵੀ ਕਦੇ ਕੋਈ ਨਹੀਂ। ਮਿਸਾਲ ਦੇ ਤੌਰ 'ਤੇ ਇੱਕ ਗਾਣਾ ਚੱਲੀ ਜਾਂਦਾ, ਅੱਗ ਲਾ ਕੇ ਫੂਕ ਦੂੰ ਲੰਡਨ ਸ਼ਹਿਰ ਨੂੰ। ਉਹਨੇ ਇਹੋ ਜਿਹੀ ਕੋਈ ਗੱਲ ਨਹੀਂ ਆਖੀ। ਉਹ ਸੁਚੇਤ ਆਜ਼ਾਦੀ ਘੁਲਾਟੀਆ ਸੀ, ਸੁਚੇਤ ਇਨਕਲਾਬੀ ਸੀ। ਉਹਨੇ ਆਖਿਆ ਮੈਂ ਬਦਲਾ ਲੈਣਾ ਸੀ, ਲੈ ਲਿਆ। ਤੁਸੀਂ ਮੈਨੂੰ ਫੜਨਾ ਫੜ ਲਓ, ਜਿਹੜੀ ਸਜ਼ਾ ਦੇਣੀ ਦੇ ਦਿਓ ਜੀ। ਜੇ ਉਹਨੇ ਲੰਡਨ ਸ਼ਹਿਰ ਨੂੰ ਹੀ ਫੂਕਣਾ ਹੁੰਦਾ ਅਤੇ ਫਿਰ ਉਸ ਵਕਤ ਉੱਥੇ ਬਹੁਤ ਸਾਰੇ ਗੋਰੇ ਸੀ, ਉਹ ਗੋਰਿਆਂ 'ਤੇ ਗੋਲੀ ਚਲਾ ਸਕਦਾ ਸੀ। ਉਹਨੇ ਕਿਸੇ 'ਤੇ ਨਹੀਂ ਚਲਾਈ। ਉਹਨੇ ਆਖਿਆ ਮੇਰਾ ਮਿਸ਼ਨ ਹੀ ਨਹੀਂ ਕਿ ਮੈਂ ਸਾਰੇ ਲੋਕਾਂ 'ਤੇ ਗੋਲੀਆਂ ਚਲਾਉਣੀਆਂ। ਇੱਕ ਨਿਸ਼ਾਨਾ ਸੀ, ਨਿਸ਼ਾਨੇ ਤੱਕ ਉਹਨੇ ਆਪਣਾ ਕੰਮ ਕੀਤਾ। ਹੁਣ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇਹ ਬਹੁਤਾ ਠੀਕ ਨਹੀਂ ਕਰਦੇ, ਜਾਂ ਉਹਨਾਂ ਦੀ ਅਣਜਾਣਤਾ ਇਹੋ ਜਿਹੇ ਗਾਣੇ ਕਰੀ ਜਾਂਦੇ ਨੇ ਜੀ। ਦੂਜਾ ਪੱਖ ਇਹ ਆ ਕਿ ਭਗਤ ਸਿੰਘ, ਉਹਦੀਆਂ ਫੋਟੋ ਲਾ ਲਓ, ਸ਼ਰਧਾਂਜਲੀਆਂ ਭੇਟ ਕਰ ਲਓ, ਉਹਦੇ ਵਿਚਾਰਾਂ ਦੀ ਸਾਂਝ ਤਾਂ ਕਿਸੇ ਨੇ ਰੱਖੀ ਨਹੀਂ, ਉਹਦੀ ਕਦਰ ਤਾਂ ਕਿਸੇ ਨੇ ਬਹੁਤੀ ਪਾਈ ਨਹੀਂ, ਉਹਦੀ ਸੋਚ ਦਾ ਖਿਆਲ ਕਿਸੇ ਨੇ ਕੀਤਾ। ਕਰਤਾਰ ਸਿੰਘ ਸਰਾਭੇ ਦਾ ਵੀ, ਲਗਭਗ ਸਾਰੇ ਸ਼ਹੀਦਾਂ ਦਾ ਇਹੋ ਹਾਲ ਹੈ। ਮੈਂ ਤਾਜ਼ਾ ਮਿਸਾਲ ਦਿੰਦਾ, ਬਰਮਾ ਦੇ ਵਿੱਚ ਜਾ ਕੇ ਫਾਂਸੀ ਲੱਗਾ ਸੀ, ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕਰਾਉਂਦਾ ਸੀਗਾ। ਬੜਾ ਸੁਚੇਤ ਇਨਕਲਾਬੀ ਸੀ, ਦਿਮਾਗ ਤੋਂ ਰੋਸ਼ਨ ਸੀ, ਸੂਝ ਨਾਲ ਸਾਰਾ ਕੰਮ ਕਰਨ ਵਾਲਾ। ਸੋਹਣ ਲਾਲ ਪਾਠਕ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਦਾ ਸੀ, ਸ਼ਹੀਦ ਸੀ ਉਹ, 'ਤੇ ਹੁਣ ਤੱਕ ਮਾਣ ਕੀਤਾ ਜਾਂਦਾ ਸੀ। ਸ਼ਹਿਰ ਦੇ ਵਿਚਾਲੇ ਉਹਦਾ ਪਾਰਕ ਹੈ, ਪਾਰਕ ਦੇ ਵਿੱਚ ਉਹਦਾ ਬੁੱਤ ਹੈ। ਅਸੀਂ ਛੋਟੇ ਹੁੰਦਿਆਂ ਤੋਂ ਵੇਖਦੇ ਆਏ। ਹੁਣ ਪਤਾ ਲੱਗਾ ਕਿ ਉਸ ਪਾਰਕ ਦੇ ਵਿੱਚ ਵੀ ਦੁਕਾਨਾਂ ਬਣਾਈਆਂ ਜਾ ਰਹੀਆਂ ਨੇ ਜੀ। ਇਹ ਸ਼ਰਮਨਾਕ ਸਥਿਤੀ ਹੈ। ਜਿਨ੍ਹਾਂ ਨੇ ਇਹੋ ਜਿਹਾ ਫੈਸਲਾ ਕੀਤਾ, ਬਈ ਬੱਲੇ ਬੱਲੇ ਉਹਨਾਂ ਦੇ। 15 ਅਗਸਤ ਨੇੜੇ ਆਉਂਦੀ ਹੈ, ਉਹਨਾਂ ਨੂੰ ਬਹੁਤ ਵੱਡੇ ਦੇਸ਼ ਭਗਤ ਦਾ ਅਵਾਰਡ ਦੇਣਾ ਚਾਹੀਦਾ 15 ਅਗਸਤ ਨੂੰ, ਕਿ ਤੁਸੀਂ ਪੱਟੀ ਦੇ ਵਿੱਚ ਸੋਹਣ ਲਾਲ ਪਾਠਕ, ਜਿਹੜਾ ਦੇਸ਼ ਲਈ ਸ਼ਹੀਦ ਹੋਇਆ, ਉਹਦਾ ਪਾਰਕ ਵੀ ਨਹੀਂ ਬਖਸ਼ਿਆ। ਅਤੇ ਜੇ ਉਹਨਾਂ ਦੀ ਪਿੱਠ 'ਤੇ ਕੋਈ ਸਿਆਸੀ ਬੰਦਾ ਖੜ੍ਹਾ ਹੋਵੇ ਅਤੇ ਉਹਨੂੰ ਵੀ ਸਰਪ੍ਰਸਤੀ ਆਜ਼ਾਦੀ ਦਾ ਅਵਾਰਡ ਦੇ ਦੇਣਾ ਚਾਹੀਦਾ। ਕੋਈ ਮਾੜੀ ਮੋਟੀ ਸ਼ਰਮ ਚਾਹੀਦੀ ਹੈ। ਅੱਜ ਹੁਣ ਸ਼ਹੀਦ ਊਧਮ ਸਿੰਘ ਦਾ ਦਿਨ ਮਨਾਇਆ ਜਾ ਰਿਹਾ। ਮੈਨੂੰ ਕੱਲ੍ਹ ਉੱਥੋਂ ਸੁਨਾਮ ਤੋਂ ਜਿਹੜੇ ਸੁਨੇਹੇ ਮਿਲੇ ਆ, ਉਹ ਕਹਿੰਦੇ ਜੀ 2017 'ਚ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸੀ ਸ਼ਹੀਦ ਦੇ ਪਰਿਵਾਰ ਬਾਰੇ ਆਹ ਕਰਾਂਗੇ, ਬੁੱਤ ਬਾਰੇ ਆਹ ਕਰਾਂਗੇ, ਯਾਦਗਾਰ ਬਾਰੇ ਆਹ ਕਰਾਂਗੇ, ਮਗਰ ਉਹ ਕੱਖ ਵੀ ਨਹੀਂ ਕੀਤਾ।
ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਸੀ ਆਹ ਕਰਾਂਗੇ, ਉਹਨੇ ਕੱਖ ਨਹੀਂ ਕੀਤਾ। ਉਹ ਰੋਸ ਕਰਦੇ ਪਏ ਆ ਕਿ ਜੇ ਸਾਲ ਪਿੱਛੋਂ ਸ਼ਹੀਦੀ ਦਿਨ 'ਤੇ ਜਾਂ ਕਦੇ ਜਨਮ ਦਿਨ 'ਤੇ ਆ ਕੇ ਤੁਸੀਂ ਇੱਥੇ ਸਿਆਸੀ ਭਾਸ਼ਣ ਹੀ ਝਾੜਦੇ ਹੁੰਦੇ ਤੇ ਨਾ ਹੀ ਆਇਆ ਕਰੋ, ਪਬਲਿਕ ਆਪੇ ਸ਼ਰਧਾਂਜਲੀਆਂ ਭੇਟ ਕਰ ਲੇਗੀ। ਤੇ ਜੇ ਆਉਂਦੇ ਹੋ ਮੂੰਹੋਂ ਕੁਝ ਕੱਢ ਦਿੰਦੇ ਹੋ ਜੀ, ਤੇ ਫਿਰ ਉਹ ਕੱਢੇ ਤੇ ਅਮਲ ਵੀ ਕਰਿਆ ਕਰੋ। ਜਦੋਂ ਤੁਸੀਂ ਅਮਲ ਨਹੀਂ ਕਰਦੇ, ਕਹਿ ਕੇ ਤੁਰ ਜਾਂਦੇ ਆ, ਤੇ ਆਮ ਲੋਕਾਂ ਨੂੰ ਇਹ ਜਾਪਦਾ ਜਿਵੇਂ ਤੁਸੀਂ ਸ਼ਹੀਦ ਨੂੰ ਵੀ ਮਜ਼ਾਕ ਕਰਕੇ ਰਾਹ ਪਏ। ਲੋਕ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਦੇ, ਅੱਜ ਸ਼ਰਧਾਂਜਲੀਆਂ ਭੇਟ ਕਰਦੇ ਪਏ ਆ, ਅਸੀਂ ਉਹਨਾਂ ਲੋਕਾਂ ਦੇ ਨਾਲ ਸ਼ਾਮਲ ਹਾਂ। ਪਰ ਪੰਜਾਬ ਸਰਕਾਰ ਪੰਨੂ ਸਾਹਿਬ ਇੱਕ ਪਾਸੇ ਹੁਣ ਬੇਅਦਬੀ ਦੇ ਜਿਹੜੇ ਦੋਸ਼ੀ ਹੈ ਉਹਨਾਂ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਗੱਲ ਕਹਿ ਰਹੀ ਹੈ। ਇੱਕ ਗੱਲ ਕਹੀ ਜਾ ਰਹੀ ਹੈ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ, ਇਸ ਟਿੱਪਣੀ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਨੂੰ ਇਹ ਟਿੱਪਣੀ ਨਹੀਂ, ਖਬਰ ਪੜ੍ਹ ਕੇ ਹੈਰਾਨੀ ਹੋਈ ਜੀ ਕਿ 2015 'ਚ ਘਟਨਾਵਾਂ ਵਾਪਰੀਆਂ, ਕੇਸ ਉਦੋਂ ਦਰਜ ਹੋ ਗਏ। ਰਣਬੀਰ ਸਿੰਘ ਖੱਟਰੇ ਦੀ ਕਮੇਟੀ ਇੰਨਾ ਚਿਰ ਤੱਕ ਵਿਸ਼ੇਸ਼ ਜਾਂਚ ਟੀਮ SIT ਪੜਤਾਲ ਕਰਦੀ ਰਹੀ। ਖੱਟਰਾ ਰਿਟਾਇਰ ਹੋ ਗਿਆ ਤੇ ਕਹਿੰਦੇ ਆਪਣੇ ਮੁੰਡੇ ਦੀ ਅਕਾਲੀ ਦਲ ਤੋਂ ਟਿਕਟ ਲੈਣੀ, ਇਸ ਕਰਕੇ ਉਹਨਾਂ ਦੇ ਆਖੇ ਤੇ ਚੱਲ ਪਿਆ, ਜਾ ਕੇ ਅਕਾਲ ਤਖਤ ਦੇ ਉੱਤੇ ਵੀ ਜਿੰਨੀ ਕਥਾ ਕਰਨੀ ਸੀ ਕਰ ਆਇਆ। ਤੇ ਹੁਣ ਕੱਲ੍ਹ ਹੋਮ ਡਿਪਾਰਟਮੈਂਟ ਨੇ ਬਕਾਇਦਾ ਇਸ ਗੱਲ ਦੀ ਮਨਜ਼ੂਰੀ ਦਿੱਤੀ ਆ ਕਿ ਉਦੋਂ ਵਾਲੀਆਂ ਘਟਨਾਵਾਂ ਬਾਰੇ ਕੇਸ ਚੱਲ ਸਕਦਾ, ਮੁਕੱਦਮਾ ਚੱਲ ਸਕਦਾ। ਇਹਦਾ ਮਤਲਬ ਕੀ ਆ ਕਿ 2015 ਤੋਂ ਲੈ ਕੇ ਹੁਣ ਤੱਕ 6 ਸਾਲ ਇਹ ਮੁਕੱਦਮਾ ਚੱਲਣ ਦੀ ਮਨਜ਼ੂਰੀ ਨਹੀਂ ਸੀ ਕਿਸੇ ਨੇ ਦਿੱਤੀ ਜੀ। ਇਹ ਜੇ ਮਨਜ਼ੂਰੀ ਨਹੀਂ ਸੀ ਦਿੱਤੀ ਤੇ ਕੀ ਇਹ ਫਾਈਲਾਂ ਹੁਣ ਤੱਕ ਹੋਮ ਡਿਪਾਰਟਮੈਂਟ ਵਿੱਚ ਅਟਕੀਆਂ ਰਹੀਆਂ ਸੀ, ਜਾਂ ਥੱਲਿਓਂ ਕਿਸੇ ਨੇ ਮਨਜ਼ੂਰੀ ਮੰਗੀ ਨਹੀਂ ਸੀ? ਇਹ ਲੋਕਾਂ ਨੂੰ ਪਤਾ ਤੇ ਲੱਗਣਾ ਚਾਹੀਦਾ। ਜਾਂ ਇਹ ਆ ਕਿ ਮਨਜ਼ੂਰੀ ਦੇ ਦਿੱਤੀ ਸੀ, ਮਨਜ਼ੂਰੀ ਅਦਾਲਤ ਨੇ ਨਹੀਂ ਮੰਨੀ, ਦੋਹਰੀ ਦੀ ਕਰਨੀ ਪਈ ਹੈ। ਇਹ ਕੁਝ ਸਪਸ਼ਟਤਾ ਹੋਵੇ। ਇਹ 2, 3, 4, 5 ਸਫ਼ਿਆਂ ਦੀ ਇੱਕ ਸਟੇਟਮੈਂਟ ਦੇ ਦਿਓ, ਨਾਲ ਇੱਕ ਲੰਬੀ ਚੌੜੀ ਚਿੱਠੀ ਦੇ ਦਿਓ ਕਿ ਪੰਜਾਬ ਦੇ ਗ੍ਰਹਿ ਵਿਭਾਗ ਦੇ ਸੈਕਟਰੀ ਸਾਹਿਬ ਨੇ, ਜਿਨ੍ਹਾਂ ਕੋਲ ਨਿਆਂ ਵਿਭਾਗ ਵੀ ਆ, ਬੜਾ ਬੇਅਦਬੀ ਕਾਂਡ ਦਾ ਨਿਆਂ ਕਰਨ ਵਾਸਤੇ ਆਗਿਆ ਦੇ ਦਿੱਤੀ ਆ ਕਿ ਮੁਕੱਦਮਾ ਚਲਾਓ। ਅਜੇ ਤਾਂ ਆਗਿਆ ਹੀ ਮਿਲੀ ਹੈ, ਮੁਕੱਦਮਾ ਤੇ ਚੱਲਣਾ। ਉਹ ਆਗਿਆ ਪੱਤਰ ਮੈਂ ਸਾਰਾ ਪੜ੍ਹ ਕੇ ਵੇਖਿਆ, ਉਹ 'ਚ ਨਾਂ ਲਿਖਿਆ ਫਲਾਣਾ। ਇਹਨਾਂ ਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਕੰਧ ਦੇ ਉੱਤੇ, ਜਿੱਥੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਤੇ ਪਿੰਡ ਦਾ ਇਤਿਹਾਸ ਲਿਖਿਆ, ਉੱਥੇ ਜਾ ਕੇ ਪੋਸਟਰ ਲਾਏ ਜਿਨ੍ਹਾਂ ਦੀ ਸ਼ਬਦਾਵਲੀ ਗੰਦੀ ਸੀ। ਕਦੋਂ ਲਾਏ? 2015 'ਚ ਜੀ। ਫਿਰ ਇਹਨਾਂ ਨੇ ਫਲਾਣੇ ਥਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ, ਫਲਾਣੇ ਥਾਂ ਲੈ ਕੇ ਜਾ ਕੇ ਪਾੜਿਆ, ਉਹ 'ਚੋਂ ਇੰਨੇ ਅੰਗ ਫਲਾਣੇ ਨੂੰ ਦਿੱਤੇ ਗਏ ਖਿਲਾਰਨ ਨੂੰ, ਇੰਨੇ ਅੰਗ ਫਲਾਣੇ ਨੂੰ ਦਿੱਤੇ ਗਏ, ਇੰਨਾ ਹਿੱਸਾ ਬਾਕੀ ਬਚ ਗਿਆ ਤੇ ਫਲਾਣਾ ਜਾ ਕੇ ਨਹਿਰ 'ਚ ਰੋੜ ਕੇ ਆਏ। ਕਦੋਂ? 2015 'ਚ। ਤੇ ਜਿਹੜੀ SIT ਹੁਣ ਤੱਕ 2015 ਤੋਂ 2021 ਤੱਕ ਲੱਗੀ ਰਹੀ, ਜਿਹੜੀ SIT ਦਾ ਮੁਖੀ ਉਸ ਵਕਤ ਤੋਂ ਲੈ ਕੇ ਪ੍ਰੈਸ ਕਾਨਫਰੰਸਾਂ ਹੀ ਕਰਦਾ ਰਿਹਾ, ਤੇ ਹੁਣ ਆ ਕੇ ਰਿਟਾਇਰ ਹੋ ਕੇ ਘਰ ਚਲਾ ਗਿਆ ਤੇ ਰਾਜਨੀਤੀ ਦੇ ਵਾਲੇ ਪਾਸੇ ਨੂੰ ਮੂੰਹ ਕਰ ਲਿਆ। ਫਿਰ ਉਹਨੇ ਕੀ ਕੀਤਾ ਸੀ? ਤੇ ਜੇ ਉਹਨੇ ਕੀਤਾ ਸੀ ਤੇ ਫਿਰ ਹਾਈ ਕੋਰਟ ਜਾ ਕੇ ਉਹਦਾ ਕੀਤਾ ਅਟਕ ਕਿਉਂ ਜਾਂਦਾ ਸੀ? ਜੇ ਕੀਤਾ ਨਹੀਂ ਸੀ ਤੇ ਪਿਛਲੀ ਸਰਕਾਰ ਕੀ ਕਰਦੀ ਰਹੀ ਸੀ 2 ਸਾਲ, ਤੇ ਆ ਨਵੀਂ ਸਰਕਾਰ ਕੀ ਕਰਦੀ ਰਹੀ ਆ 4.5 ਸਾਲ? ਇਹ 'ਚ ਅਸੀਂ ਪੁਲਿਸ ਵਾਲਿਆਂ ਨੂੰ ਦੋਸ਼ੀ ਆਖੀਏ ਕਿ ਸਰਕਾਰਾਂ ਨੂੰ ਆਖੀਏ? ਲੜਦੀਆਂ ਨੇ ਫੌਜਾਂ, ਪਰ ਲੜਾਉਣ ਵਾਲਾ ਪਿੱਛੇ ਚਾਹੀਦਾ ਨਾ ਕੋਈ ਜੀ। ਜੇ ਫੌਜਾਂ ਨਹੀਂ ਲੜੀਆਂ, ਜੇ SIT ਨਹੀਂ ਲੜੀ, ਜੇ ਇਹਨੇ ਕੁਝ ਨਹੀਂ ਕੀਤਾ, ਸਿਰਫ ਗੱਲਾਂ ਹੀ ਕੀਤੀਆਂ, ਤੇ ਫਿਰ ਪਿੱਛੇ ਬੈਠੀ ਉਦੋਂ ਦੀ ਸਿਆਸੀ ਸਰਕਾਰ ਕੀ ਕਰਦੀ ਸੀ ਤੇ ਹੁਣ ਦੀ ਸਿਆਸੀ ਸਰਕਾਰ ਕੀ ਕਰਦੀ ਹੈ? ਪੰਜਾਬ ਦੇ ਲੋਕਾਂ ਨੂੰ ਪਤਾ ਤਾਂ ਲੱਗਣਾ ਚਾਹੀਦਾ। ਚਲੋ ਹੁਣ ਇਹਨਾਂ ਮਨਜ਼ੂਰੀ ਦੇ ਦਿੱਤੀ ਹੈ, ਜਿਹੜੀ ਨਵੀਂ SIT ਇਸ ਵੇਲੇ ਬਣੀ ਹੈ ਉਹ ਜਾਪਦਾ ਆ ਕੇ ਕੰਮ ਕਰ ਰਹੀ ਹੈ, ਪਰ ਜਾਪਦੇ ਨਾਲ ਨਹੀਂ ਸਰਨਾ। ਅਗਲਿਆਂ ਦਿਨਾਂ ਦੇ ਵਿੱਚ ਇਸ SIT ਨੂੰ ਕੁਝ ਨਾ ਕੁਝ ਇਹੋ ਜਿਹਾ ਕਰਕੇ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਕਰਨਾ ਪਏਗਾ ਜਿਹਦੇ ਤੋਂ ਲੋਕਾਂ ਦਾ ਭਰੋਸਾ ਵੱਧ ਸਕੇ ਕਿ ਦੇਰ ਆਏ ਦਰੁਸਤ ਆਏ ਦੀ ਸਹੀ ਜੀ, ਇਸ ਬੇਅਦਬੀ ਕਾਂਡ ਦਾ ਕੋਈ ਇਨਸਾਫ ਤੇ ਹੋਇਆ ਜੀ। ਹੁਣ ਤੱਕ ਇਨਸਾਫ ਨਹੀਂ, ਗੱਲਾਂ ਹੋਈਆਂ ਨੇ। ਪਰ ਪੰਨੂ ਸਾਹਿਬ ਫਿਰ ਗੱਲ ਘੁੰਮ ਕੇ ਉੱਥੇ ਹੈਗੀ ਹੈ, ਗੱਲ ਤਾਂ ਸਿਆਸੀ ਤੌਰ 'ਤੇ ਰੁਕ ਕੇ ਰਹਿ ਗਈ ਹੈ ਕਿ ਪਹਿਲਾਂ ਵੀ ਜੇਕਰ ਸਿਆਸਤ ਦੀ ਗੱਲ ਚੱਲਦੀ ਸੀ, ਪਤਾ ਨਹੀਂ ਕੰਮ ਕਰਨ ਦਿੱਤਾ ਜਾ ਰਿਹਾ ਸੀ ਜਾਂ ਨਹੀਂ। ਹੁਣ ਵੀ ਸੰਕੇਤ ਮਿਲਦੇ ਪਏ ਆ ਕਿ ਸ਼੍ਰੋਮਣੀ ਅਕਾਲੀ ਦਲ ਜਿੱਦਾਂ ਖੱਟੜਾ ਹੋਣਾ ਦੀ ਤਿਆਰੀ ਆ, ਜਾਂ ਫਿਰ ਆਉਣ ਵਾਲੇ ਸਮੇਂ 'ਚ ਅਗਲੀ ਪੀੜ੍ਹੀ ਦੀ ਤਿਆਰੀ ਹੈ। ਕੰਮ ਸਿਆਸਤ 'ਤੇ ਆ ਕੇ ਮੁੱਕ ਗਿਆ, ਲੋਕਾਂ ਦਾ ਇਨਸਾਫ ਕਿੱਥੇ ਗਿਆ? ਖੱਟੜਾ ਸਾਹਿਬ ਤਾਂ ਪੁਲਿਸ ਵਿੱਚ ਹੁੰਦਿਆਂ ਵੀ ਇੱਧਰੋਂ ਉੱਧਰ ਤੇ ਉੱਧਰੋਂ ਉੱਧਰ, ਇਹ ਦੋਵਾਂ ਵੱਡੀਆਂ ਪਾਰਟੀਆਂ ਦੇ ਵਿੱਚ ਰਾਜਨੀਤਿਕ ਸਾਂਝਾਂ ਵਾਸਤੇ ਚਰਚਿਤ ਹੁੰਦੇ ਸੀ
ਉਹ ਚਰਚਾ 'ਚ ਅਸੀਂ ਨਹੀਂ ਜਾਂਦੇ। ਪਰ ਹੁਣ ਜੇ ਮਨਜ਼ੂਰੀ ਮਿਲ ਗਈ ਹੈ ਤੇ ਹੁਣ SIT ਕੁਝ ਕਰਕੇ ਵਿਖਾਵੇ। ਜੀ, ਮਿਜ਼ੋਰਮ ਪੁਲਿਸ ਨੇ ਫਿਰ ਕੁਝ ਕਰਕੇ ਜ਼ਰੂਰ ਦਿਖਾਇਆ। ਉਹਨਾਂ ਨੇ ਅਸਾਮ ਦੇ ਮੁੱਖ ਮੰਤਰੀ ਦੇ ਖਿਲਾਫ ਪਰਚਾ ਕਰ ਦਿੱਤਾ ਤੇ ਹਿੰਸਾ ਜਿਹੜੀ ਸੀ, ਜਿਹਦੇ ਵਿੱਚ 5 ਤੋਂ 6 ਜਵਾਨਾਂ ਦੀ ਮੌਤ ਦੀ ਖਬਰ ਆਈ ਸੀਗੀ, ਉਸ ਮਾਮਲੇ 'ਚ ਪਰਚਾ ਕੀਤਾ ਜਾਂ ਹੋਰ ਕਾਰਨ ਕੋਈ? ਪਤਾ ਤੇ ਲੱਗਾ ਸੀ ਕਿ ਉਹ ਜਿਹੜੇ ਮਰੇ ਨੇ ਪੁਲਿਸ ਵਾਲੇ ਉਹ ਅਸਾਮ ਦੇ ਨੇ ਜੀ। ਪਰਚਾ ਦਰਜ ਕੀਤਾ ਮਿਜ਼ੋਰਮ ਦੀ ਪੁਲਿਸ ਨੇ। ਉਹਦੇ ਵਿੱਚ ਅਸਾਮ ਦੇ ਮੁੱਖ ਮੰਤਰੀ ਦੇ ਖਿਲਾਫ, ਹਿਮੰਤ ਬਿਸਵਾ ਸਰਮਾ ਦੇ ਖਿਲਾਫ ਪਰਚਾ ਦਰਜ ਕਰਤਾ। ਉੱਥੋਂ ਦੇ IG SSP ਤੇ ਇੱਥੋਂ ਤੱਕ ਥਾਣੇ ਵਾਲੇ ਤੱਕ ਦੇ ਖਿਲਾਫ 100 ਜਿਹੜੇ ਅਸਾਮ ਪੁਲਿਸ ਦੇ ਪੁਲਿਸ ਵਾਲੇ ਉਹਨਾਂ ਦੇ ਖਿਲਾਫ ਵੀ ਪਰਚਾ ਦਰਜ ਕਰਤਾ। ਆਖਿਆ ਇਹ ਹੈ ਕਿ ਇਹਨਾਂ ਸਾਰਿਆਂ ਨੇ ਇੱਕ ਅਪਰਾਧਿਕ ਸਾਜ਼ਿਸ਼ ਕੀਤੀ। ਉਹ ਜਿਹੜੀ ਕ੍ਰਿਮੀਨਲ ਕੌਂਸਪੀਰੇਸੀ ਆ, ਅਪਰਾਧਿਕ ਸਾਜ਼ਿਸ਼ ਆ, ਉਹ ਕਰਕੇ ਤੇ ਇੱਥੇ ਸਾਂਝੇ ਬਾਰਡਰ ਤੇ ਆਏ। ਇੱਥੇ ਆ ਕੇ ਪਬਲਿਕ ਨੂੰ ਭੜਕਾ ਕੇ ਤੇ ਮਿਜ਼ੋਰਮ ਦੀਆਂ ਸਿਕਿਉਰਿਟੀ ਫੋਰਸਿਸ ਦੇ ਗਲ ਪਵਾਇਆ ਤੇ ਸਾਡੇ ਇਲਾਕੇ ਤੇ ਨਜਾਇਜ਼ ਕਬਜ਼ਾ ਕਰਨ ਦਾ ਯਤਨ ਕੀਤਾ, ਜਿਹਦੇ ਵਿੱਚ ਅਸਾਮ ਦੀ ਪੁਲਿਸ, ਅਸਾਮ ਦੀ ਜਿਹੜੀ ਹਥਿਆਰਬੰਦ ਕੰਸਟੇਬਲਰੀ ਆ, ਜਿੱਦਾਂ ਸਾਡੀ ਪੁਲਿਸ ਦੇ ਨਾਲ PAP ਹੁੰਦੀ ਹੈ, ਉਹ ਵੀ, ਅਸਾਮ ਦੇ ਰਾਜਨੀਤਿਕ ਨੇਤਾ, ਖਾਸ ਤੌਰ ਦੇ ਉੱਤੇ ਅਸਾਮ ਦਾ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਉੱਥੇ ਸ਼ਰਮਾ ਨੂੰ ਸਰਮਾ ਕਹਿੰਦੇ ਆ ਜੀ, ਉਹ ਵੀ ਕਹਿੰਦੇ ਜੀ ਇਹ ਸਾਜ਼ਿਸ਼ ਵਿੱਚ ਸ਼ਾਮਲ ਇਹਨਾਂ ਸਾਰਿਆਂ ਨੇ ਮਿਲ ਕੇ ਆ ਕੇ ਹਮਲਾ ਕੀਤਾ ਤੇ ਉਸ ਹਮਲੇ ਕਰਕੇ ਪਰਚਾ ਦਰਜ ਕੀਤਾ। ਹੁਣ ਸਵਾਲ ਇਹ ਹੈ ਕਿ ਉੱਥੇ ਦੋ ਸਰਕਾਰਾਂ ਨੇ। ਅਸਾਮ ਦੀ ਸਰਕਾਰ ਭਾਜਪਾ ਦੀ, ਮਿਜ਼ੋਰਮ ਦੀ ਸਰਕਾਰ ਜਿਹੜੀ ਆ ਉਹ ਭਾਜਪਾ ਦੀ ਸਾਂਝ ਵਾਲੀ ਹੈ। ਉਹਨਾਂ ਕੋਲ 40 ਚੋਂ 29 MLA ਨੇ। 29 ਦੇ ਵਿੱਚੋਂ 28 MLA ਮਿਜ਼ੋ ਨੈਸ਼ਨਲ ਫਰੰਟ ਤੇ ਆ ਤੇ ਇੱਕ ਭਾਜਪਾ ਦਾ ਚੋਣ ਤਾਂ ਰਲ ਕੇ ਲੜੀ ਸੀ ਜੀ। ਤੇ ਜੇ ਰਲ ਕੇ ਲੜੀ ਸੀ, ਸਾਂਝੀ ਸਰਕਾਰ ਹੈ ਤੇ ਇਹਨਾਂ ਦੀ ਸਾਂਝੀ ਸਰਕਾਰ ਦੀ ਨੱਥ ਤਾਂ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੱਥ ਹਨ। ਉਹ ਦੋਵੇਂ ਜਣੇ ਬੈਠ ਬਿਠਾਵਾ ਕਰਾਉਣ, ਦੋਵਾਂ ਧਿਰਾਂ ਨੂੰ ਸੱਦ ਕੇ ਗੱਲ ਕਰਾਉਣ, ਕਹਿਣ ਵੀ ਇਸ ਤਰ੍ਹਾਂ ਲੋਕ ਮਰਦੇ ਪਏ, ਚੰਗਾ ਨਹੀਂ ਲੱਗਦਾ, ਤੁਸੀਂ ਇਹਨੂੰ ਛੱਡੋ ਤੇ ਆ ਜਾਓ, ਕੋਈ ਰਾਹ ਕੱਢੋ। ਰਾਹ ਕੱਢਣ ਵਾਲੀ ਗੱਲ ਤੇ ਉਹਨਾਂ ਦੋਵਾਂ 'ਚੋਂ ਕੋਈ ਵੀ ਨਹੀਂ ਕਰਦਾ ਪਿਆ। ਤੇ ਜੇ ਉਹ ਕਰਦੇ ਨਹੀਂ ਪਏ ਤੇ ਫਿਰ ਆਖਰਕਾਰ ਅਜੇ ਤੱਕ ਦੀ ਤਾਂ ਗੱਲ ਹੈ ਕਿ 6 ਪੁਲਿਸ ਵਾਲੇ ਮਰੇ ਆ। ਕੱਲ੍ਹ ਨੂੰ 164 ਕਿਲੋਮੀਟਰ ਲੰਮਾ ਬਾਰਡਰ ਆ ਅਸਾਮ ਤੇ ਮਿਜ਼ੋਰਮ ਦੇ ਵਿਚਾਲੇ, ਥੋੜ੍ਹਾ ਜਿਹਾ ਨਹੀਂ ਗਾ, 164 ਕਿਲੋਮੀਟਰ। 3 ਜ਼ਿਲ੍ਹੇ ਅਸਾਮ ਦੇ ਤੇ 3 ਹੀ ਮਿਜ਼ੋਰਮ ਦੇ ਆਮੋ ਸਾਹਮਣੇ ਖੜੇ ਆ। ਜੇ ਕੱਲ੍ਹ ਨੂੰ ਦੋਵਾਂ ਪਾਸਿਆਂ ਦੀ 3 ਜ਼ਿਲ੍ਹਿਆਂ ਦੀ ਜਿਹੜੀ ਜਨਤਾ ਹੈ ਉਹ ਭੜਕ ਕੇ ਇੱਕ ਦੂਸਰੇ ਦੇ ਗਲ ਪੈ ਗਈ, ਜਨਤਕ ਮੁੱਦਾ ਬਣ ਗਿਆ ਜੀ, ਫਿਰ ਕੀ ਬਣੇਗਾ? ਫਿਰ ਮੌਤਾਂ ਕੌਣ ਕੰਟਰੋਲ ਕਰੇਗਾ? ਇਹਦੇ ਬਾਰੇ ਵੀ ਪਤਾ ਲੱਗਣਾ ਚਾਹੀਦਾ। ਕੇਂਦਰ ਵਾਲੇ ਬੜੇ ਆਰਾਮ ਨਾਲ ਦਿੱਲੀ 'ਚ ਬੈਠੇ, ਉਹ ਕਹਿੰਦੇ ਜੀ ਅਸੀਂ ਤਾਂ ਦੂਰ ਬੈਠੇ ਹਾਂ। ਜੇ ਦੂਰ ਬੈਠੇ ਗ੍ਰਹਿ ਮੰਤਰੀ ਰੱਖਿਆ ਕਰਦੀ ਹੁੰਦਾ, ਜਾਵੇ ਉੱਥੇ ਜਾ ਕੇ ਨਿਬੇੜ ਕੇ ਆਵੇ। ਪਰ ਅਜੇ ਤੱਕ ਨਿਬੇੜਨ ਵਾਲੇ ਪਾਸੇ ਨੂੰ ਮੂੰਹ ਨਹੀਂ ਉਹ ਕਰ ਰਹੇ, ਜਦ ਕਿ ਉਹਨਾਂ ਨੂੰ ਫੌਰੀ ਤੌਰ 'ਤੇ ਕਰਨਾ ਚਾਹੀਦਾ। ਗੱਲ ਤਾਂ ਪਾਰਲੀਮੈਂਟ ਵਿੱਚ ਵੀ ਨਹੀਂ ਹੋਈ ਅਜੇ ਤੱਕ, ਕਿਉਂਕਿ ਰੌਲਾ ਰੱਪਾ ਬਹੁਤ ਪੈ ਗਿਆ। ਕਿਉਂਕਿ ਪੈਗਾਸਸ ਦਾ ਮਾਮਲਾ ਹੋਵੇ ਜਾਂ ਫਿਰ ਇਹ ਅਸਾਮ ਮਿਜ਼ੋਰਮ ਵਾਲਾ ਹੋਵੇ, ਪਾਰਲੀਮੈਂਟ ਵਿੱਚ ਗੱਲ ਵੀ ਨਹੀਂ ਕੀਤੀ ਗਈ ਅਜੇ ਤੱਕ। ਜਾਂ ਕਿਸਾਨਾਂ ਵਾਲਾ ਹੋਵੇ, ਕਿਸਾਨਾਂ ਦੇ ਮੁੱਦੇ ਦੇ ਉੱਤੇ ਵੀ ਰੌਲਾ ਪੈ ਰਿਹਾ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹੋ ਜਿਹਾ ਪ੍ਰਧਾਨ ਮੰਤਰੀ ਆ ਜਿਹੜਾ ਭਖਦੇ ਮੁੱਦਿਆਂ 'ਤੇ, ਬਰਨਿੰਗ ਟਾਪਿਕਸ ਦੇ ਉੱਤੇ ਕਦੇ ਬੋਲਦਾ ਹੀ ਨਹੀਂ। ਨਾ ਕਿਸਾਨਾਂ ਦੇ ਮੁੱਦੇ 'ਤੇ ਬੋਲਦਾ, ਨਾ ਪੈਗਾਸਸ ਦੇ ਮੁੱਦੇ ਉੱਤੇ ਉਹ ਬੋਲਿਆ, ਜਸੂਸੀ ਕੀਤੀ ਕਿ ਨਹੀਂ ਕੀਤੀ ਉਹ ਬੋਲਦਾ ਹੀ ਨਹੀਂ ਜੀ। ਤੇ ਨਾ ਹੁਣ ਮਿਜ਼ੋਰਮ ਤੇ ਅਸਾਮ ਦੇ ਮੁੱਦੇ ਉੱਤੇ ਬੋਲਦਾ। ਪਿਛਲੇ ਪ੍ਰਧਾਨ ਮੰਤਰੀ ਬਾਕੀ ਗੱਲਾਂ 'ਤੇ ਬੋਲਣ ਜਾਂ ਨਾ ਬੋਲਣ, ਜਿਹੜੇ ਖਾਸ ਮੁੱਦੇ ਹੁੰਦੇ ਸੀ ਉਹਨਾਂ ਦੇ ਉੱਤੇ ਬਹਿਸ ਚੱਲਦੀ 'ਚ ਕਈ ਵਾਰੀ ਵਿਚਾਲਿਓਂ ਉੱਠ ਕੇ ਖਲੋ ਜਾਂਦੇ ਸੀ। ਤੇ ਇਹ ਆਮ ਰਵਾਇਤ ਹੈ ਕਿ ਜੇ ਪ੍ਰਧਾਨ ਮੰਤਰੀ ਉੱਠ ਕੇ ਖਲੋ ਜੇ ਤੇ ਸਪੀਕਰ ਸਾਰਿਆਂ ਨੂੰ ਰੋਕ ਦਿੰਦਾ, ਔਰ ਮੈਂਬਰ ਵੀ ਰੁਕ ਜਾਂਦੇ ਆ ਕਿ ਪ੍ਰਧਾਨ ਮੰਤਰੀ ਦੀ ਗੱਲ ਸੁਣੋ, ਕੋਈ ਖਾਸ ਗੱਲ ਕਹਿਣ ਲੱਗਾ ਜੀ। ਇੱਥੇ ਪ੍ਰਧਾਨ ਮੰਤਰੀ ਪਾਰਲੀਮੈਂਟ ਦੇ ਵਿੱਚ ਉੱਠ ਕੇ ਇਹਨਾਂ ਮੁੱਦਿਆਂ 'ਤੇ ਬੋਲਦਾ ਹੀ ਨਹੀਂ। ਉਹ ਰੋਕੀ ਜਾਂਦਾ, ਕਹਿੰਦਾ ਮੈਂ ਮਨ ਕੀ ਬਾਤ ਕਰੂੰਗਾ। ਮਨ ਕੀ ਬਾਤ ਵਿੱਚ ਕੀ ਹੈ? ਝਾਰਖੰਡ ਦੇ ਫਲਾਣੇ ਪਿੰਡ ਵਿੱਚ ਇੱਕ ਬੀਬੀ ਆ, ਉਹਨੇ ਆਹ ਕੀਤਾ ਤੇ ਮੁੜ ਕੇ ਕੈਮਰਾ ਉਹਦੇ ਵੱਲ ਵੀ ਕਰ ਦਿੰਦੇ ਆ ਜੀ। ਪੰਜਾਬ ਦੇ ਫਲਾਣੇ ਪਿੰਡ ਦੇ ਵਿੱਚ ਫਲਾਣਾ ਇੱਕ ਬੰਦਾ, ਉਹਨੇ ਆਹ ਕੀਤਾ, ਫਿਰ ਉਹਦੀ ਚਰਚਾ ਕਰ ਲੈਂਦਾ। ਅਸਾਮ ਦੇ ਵਿੱਚ ਫਲਾਣੇ ਥਾਂ ਤੇ ਫਲਾਣਾ ਬੰਦਾ, ਉਹਨੇ ਆਹ ਕੀਤਾ। ਜਿਹੜੇ ਭਖਦੇ ਮੁੱਦੇ ਆ ਉਹਨਾਂ ਤੋਂ ਇਹ ਪ੍ਰਧਾਨ ਮੰਤਰੀ ਆਮ ਤੌਰ 'ਤੇ ਕੰਨ ਲਪੇਟ ਕੇ ਪਾਸੇ ਦੀ ਲੰਘ ਜਾਂਦਾ, ਮੁੱਦਿਆਂ ਦੇ ਉੱਤੇ ਆਉਂਦਾ ਹੀ ਨਹੀਂ ਜੀ। ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਗਈ ਹੈ ਕਿ ਨਸ਼ਿਆਂ ਦੇ ਖਿਲਾਫ ਜਿਹੜੀਆਂ ਫਾਈਲਾਂ ਬੰਦ ਪਈਆਂ ਉਹ ਖੁੱਲ੍ਹੀਆਂ ਜਾਣੀਆਂ ਚਾਹੀਦੀਆਂ। ਇਹ ਕਿਵੇਂ ਦੇਖਦੇ ਆ ਪੰਨੂ ਸਾਹਿਬ ਇਸ ਗੱਲ ਨੂੰ? ਇੱਕ ਵਕੀਲ ਸਾਹਿਬ ਨੇ ਜਾ ਕੇ ਕੇਸ ਕੀਤਾ। ਉਹ ਕਹਿੰਦੇ ਜੀ 3 ਸਾਲ ਹੋ ਗਏ, ਉਦੋਂ ਪੰਜਾਬ ਦੀ ਸਰਕਾਰ ਨੂੰ ਹਾਈ ਕੋਰਟ ਨੇ ਹੁਕਮ ਕੀਤਾ ਸੀ ਕਿ ਤੁਸੀਂ ਰਿਪੋਰਟ ਦਿਓ। ਇਹਨਾਂ ਨੇ ਸੀਲਬੰਦ ਰਿਪੋਰਟ ਦੇ ਦਿੱਤੀ। ਉਸ ਰਿਪੋਰਟ ਦੇ ਵਿੱਚ
ਚਰਚਾ ਇਹ ਹੈ ਕਿ ਬਿਕਰਮ ਸਿੰਘ ਮਜੀਠੀਏ ਦਾ ਨਾਂ ਆਇਆ ਜੀ। ਆ ਪਰਸੋਂ ਦੀ ਗੱਲ ਹੈ, ਜੇ ਨਵਜੋਤ ਸਿੰਘ ਸਿੱਧੂ ਇੱਥੇ ਆਇਆ ਸੀ ਜਲੰਧਰ 'ਚ, ਉਹਨੇ ਆਖਿਆ ਮੇਰਾ ਇੱਕੋ ਨਿਸ਼ਾਨਾ ਇੱਕ 6 ਫੁੱਟ 4 ਇੰਚ ਲੰਮਾ ਲੀਡਰ ਹੈ, ਉਹਨੂੰ ਮੈਂ ਜੇਲ੍ਹ 'ਚ ਘੱਲਣਾ ਜੀ। ਲੋਕੀ ਅੰਦਾਜ਼ੇ ਲਾ ਲੈਂਦੇ ਕਿ 6 ਫੁੱਟ 4 ਇੰਚ ਕੌਣ ਹੈ, ਉਹਦਾ ਸਾਨੂੰ ਪਤਾ ਨਹੀਂ। ਸਵਾਲ ਦੂਜਾ ਕਿ ਉਸ ਵਕਤ ਇਸ ਡਰੱਗ ਕੇਸ ਦੀ ਜਾਂਚ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਵੀ ਕੀਤੀ ਸੀ, ਅਤੇ ਸਪੈਸ਼ਲ ਟਾਸਕ ਫੋਰਸ ਯਾਨੀ STF ਦੀ ਰਿਪੋਰਟ ਵੀ ਹਾਈ ਕੋਰਟ ਤੱਕ ਗਈ ਸੀ, ਅਤੇ ਉੱਥੇ ਹਾਈ ਕੋਰਟ 'ਚ ਅਜੇ ਤੱਕ ਪਈ ਹੈ, ਕਦੇ ਕਿਸੇ ਨੇ ਖੋਲ੍ਹ ਕੇ ਨਹੀਂ ਵੇਖੀ ਜੀ। ਪੰਜਾਬ ਸਰਕਾਰ ਕੋਈ ਕੰਮ ਨਹੀਂ ਕਰ ਰਹੀ। ਦੂਸਰੇ ਪਾਸੇ ਸੈਂਟਰ ਗੌਰਮੈਂਟ ਦਾ ਡਿਪਾਰਟਮੈਂਟ ਹੈ ਅਨਫੋਰਸਮੈਂਟ ਡਾਇਰੈਕਟੋਰੇਟ ਨੇ ਉਦੋਂ ਇਹਨੂੰ ਦਸੰਬਰ 2014 ਦੇ ਵਿੱਚ ਸੱਦ ਕੇ ਬਿਕਰਮ ਸਿੰਘ ਮਜੀਠੀਏ ਨੂੰ ਬਹੁਤ ਲੰਬੀ ਪੁੱਛਗਿੱਛ ਕੀਤੀ। ਇਹਦੇ ਬਚਾਅ ਵਾਸਤੇ ਦਿੱਲੀ ਤੋਂ ਇੱਕ ਅਫਸਰ ਉਚੇਚਾ ਆਇਆ ਸੀ, ਉਹ ਇੱਥੇ ਆ ਕੇ ਤੇ ਉਸ ਕਮਰੇ 'ਚ ਬਹਿ ਗਿਆ ਜਿੱਥੇ ਉਹਦੇ ਤੋਂ ਜੂਨੀਅਰ ਨੇ ਡਿਪਟੀ ਡਾਇਰੈਕਟਰ ਨੇ ਪੜਤਾਲ ਕਰਨੀ ਸੀ, ਜਦਕਿ ਉਹਨੂੰ ਉੱਥੇ ਬਿਲਕੁਲ ਨਹੀਂ ਸੀ ਬਹਿਣਾ ਚਾਹੀਦਾ। ਉਹ ਚੱਲਦੀ ਪੜਤਾਲ 'ਚ ਸਵਾਲਾਂ 'ਚ ਵੀ ਦਖਲ ਦਿੰਦਾ, ਲੈ ਆਹ ਕੋਈ ਸਵਾਲ ਹੈ, ਕੋਈ ਇੱਦਾਂ ਦੇ ਸਵਾਲ ਨਹੀਂ ਪੁੱਛੀਦੇ। ਅਤੇ ਜੇ ਸਵਾਲ ਪੁੱਛਣ ਵਾਲਾ ਅਫਸਰ ਨਰਿੰਦਰ ਸਿੰਘ ਅੜ ਗਿਆ ਕਿ ਮੈਂ ਸਵਾਲ ਪੁੱਛਣਾ, ਤੇ ਫਿਰ ਪਿੱਛੋਂ ਆ ਕੇ ਉਹਨੇ ਇਹ ਵੀ ਆਖਿਆ ਤੁਸੀਂ ਆਹ ਜਵਾਬ ਦੇ ਦਿਓ ਜੀ, ਇਹ ਕੋਈ ਤਰੀਕਾ ਸੀ? ਆਹ ਵੀ ਸਭ ਕੁਝ ਅਸੀਂ ਵੇਖਿਆ। ਉਹਦੇ ਤੋਂ ਬਾਅਦ ਅਨਫੋਰਸਮੈਂਟ ਡਾਇਰੈਕਟੋਰੇਟ ਦੀ ਫਾਈਲ ਵੀ ਪਈ ਹੈ, ਇਹ ਦੋਵੇਂ ਫਾਈਲਾਂ ਪਈਆਂ ਨੇ। ਸਾਨੂੰ ਨਹੀਂ ਪਤਾ ਨਵਜੋਤ ਉਹ ਜਿਹੜਾ ਹੈਗਾ ਬਿਕਰਮ ਸਿੰਘ ਮਜੀਠੀਆ ਉਹ ਦੋਸ਼ੀ ਹੈ ਕਿ ਨਹੀਂ ਹੈ ਜੀ। ਇਹ ਤਾਂ ਜਾਂ ਨਰਿੰਦਰ ਸਿੰਘ ਹੋਰਾਂ ਨੂੰ ਪਤਾ ਹੋਊਗਾ, ਜਾਂ ਜਿਹੜੀ ਸਪੈਸ਼ਲ ਟਾਸਕ ਫੋਰਸ ਹੈ ਉਹਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਪਤਾ ਹੋਊਗਾ, ਜਾਂ ਪੰਜਾਬ ਦੀ ਪੁਲਿਸ ਦੇ ਮੁਖੀ ਨੂੰ ਪਤਾ ਹੋਊ, ਜਾਂ ਪੰਜਾਬ ਦੀ ਸਰਕਾਰ ਦੇ ਮੁਖੀ ਨੂੰ ਪਤਾ ਹੋਊ, ਸਾਨੂੰ ਕੀ ਪਤਾ। ਪਰ ਇਹ ਤਾਂ ਸਾਰਿਆਂ ਨੂੰ ਪਤਾ ਨਾ ਕਿ ਸੀਲਬੰਦ ਲਿਫਾਫੇ ਦੇ ਵਿੱਚ ਰਿਪੋਰਟ ਪਈ ਹੈ ਹਾਈ ਕੋਰਟ 'ਚ, ਜਿਹਦੇ ਉੱਤੇ ਕੰਮ ਹੋਣਾ ਚਾਹੀਦਾ ਸੀ ਅਤੇ ਉਹ ਕੰਮ ਹੁਣ ਤੱਕ ਨਹੀਂ ਹੋਇਆ। ਹੁਣ ਉਹ ਵਕੀਲ ਸਾਹਿਬ ਨੇ ਉੱਥੇ ਜਦੋਂ ਇਹ ਅਰਜੀ ਦਾਇਰ ਕੀਤੀ ਹੈ ਅਤੇ ਉਹਨਾਂ ਨੇ ਇੱਕ ਗੱਲ ਹੋਰ ਆਖੀ ਹੈ। ਉਹ ਕਹਿੰਦੇ ਜੀ ਉਦੋਂ ਕੇਂਦਰ ਸਰਕਾਰ ਦੇ ਹੋਮ ਡਿਪਾਰਟਮੈਂਟ ਦੇ ਜਾਂ ਵਿਦੇਸ਼ ਡਿਪਾਰਟਮੈਂਟ ਦੇ ਇੱਕ ਅੰਡਰ ਸੈਕਟਰੀ ਨੇ ਆ ਕੇ ਇੱਕ ਐਫੀਡੇਵਿਟ ਦਿੱਤਾ ਸੀ ਹਾਈ ਕੋਰਟ 'ਚ ਕਿ ਅਸੀਂ ਇਸ ਕੇਸ ਨੂੰ ਸੀਰੀਅਸਲੀ ਲੈ ਰਹੇ ਹਾਂ। ਉਹਦੇ ਵਿੱਚ 6 ਜਾਂ 7 ਪੰਜਾਬੀਆਂ ਦੇ ਨਾਂ ਲਿਖੇ ਸੀ ਜਿਹੜੇ ਕੈਨੇਡਾ 'ਚ ਰਹਿੰਦੇ ਜੀ। ਔਰ ਭਾਰਤ ਸਰਕਾਰ ਦੇ ਉਸ ਅੰਡਰ ਸੈਕਟਰੀ ਨੇ ਆਖਿਆ ਸੀ ਹਾਈ ਕੋਰਟ ਨੂੰ ਕਿ ਅਸੀਂ ਕੈਨੇਡਾ ਦੀਆਂ ਕੰਪੀਟੈਂਟ ਅਥਾਰਟੀਜ਼ ਨੂੰ ਇਸ ਗੱਲ ਬਾਰੇ ਲਿਖ ਰਹੇ ਹਾਂ ਕਿ ਇਹਨਾਂ ਸਾਰਿਆਂ ਦੀਆਂ ਬਾਹਾਂ ਬੰਨ੍ਹ ਕੇ ਤੇ ਲਿਆਓ, ਸਾਡੇ ਹਵਾਲੇ ਕਰੋ ਜੀ, ਸਾਨੂੰ ਚਾਹੀਦੇ ਆ, ਅਸੀਂ ਇਹਨਾਂ ਦੀ ਪੜਤਾਲ ਕਰਨੀ ਹੈ। ਅਤੇ ਜੇ ਇੱਥੋਂ ਤੱਕ ਗੱਲ ਚਲੀ ਗਈ ਸੀ ਅਤੇ ਮੁੜ ਕੇ ਉਹ ਫਾਈਲ ਜਿਹੜੀ ਆ ਇਹ ਕੀੜੀਆਂ ਦੇ ਖਾਣ ਵਾਸਤੇ, ਸਿਉਂਕ ਦੇ ਖਾਣ ਵਾਸਤੇ ਇੱਕ ਖਾਨੇ 'ਚ ਕਿਉਂ ਟਿਕ ਗਈ? ਪੰਜਾਬ ਸਰਕਾਰ ਨੇ ਹੁਣ ਤੱਕ ਉਹਦੇ ਉੱਤੇ ਅਮਲ ਕਿਉਂ ਨਹੀਂ ਕੀਤਾ? ਇਸ ਮੁੱਦੇ 'ਤੇ ਹੁਣ ਪਟੀਸ਼ਨ ਦਾਇਰ ਹੋਈ ਆ, ਅੱਜ ਨਹੀਂ ਕੱਲ੍ਹ ਸਹੀ। ਕਿਸੇ ਨਾ ਕਿਸੇ ਵਕਤ ਤਾਂ ਪੰਜਾਬ ਦੀ ਸਰਕਾਰ ਨੂੰ ਇਹਦੇ ਉੱਤੇ ਕੁਝ ਬੋਲਣਾ ਪਏਗਾ ਜੀ, ਕੋਈ ਜਵਾਬ ਦੇਣਾ ਪਏਗਾ। ਮੁਸ਼ਕਲ ਇਹ ਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਗੁਰਬਾਣੀ ਦਾ ਗੁਟਕਾ ਮੱਥੇ ਨੂੰ ਲਾ ਕੇ ਸਹੁੰ ਖਾ ਕੇ ਆਖਿਆ ਸੀ ਕਿ ਮੈਨੂੰ ਇੱਕ ਵਾਰੀ ਜਿੱਤ ਲੈਣ ਦਿਓ, ਮਹੀਨੇ 2 ਆ, ਮੈਂ ਤੁਹਾਨੂੰ ਪੰਜਾਬ ਦੇ ਵਿੱਚੋਂ ਡਰੱਗ ਟਰੇਡ ਸਾਰਾ ਬੰਦ ਕਰਵਾ ਕੇ ਵਿਖਾਊਂਗਾ, ਮੈਂ ਨਸ਼ਿਆਂ ਦਾ ਵਹਿਣ ਬੰਦ ਕਰਾ ਦਿਆਂਗਾ। ਸਰਕਾਰ ਬਣ ਗਈ, ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੂੰ ਚਿੰਤਾ ਹੀ ਭੁੱਲ ਗਈ, ਕਦੇ ਉਹਨਾਂ ਚੇਤਾ ਹੀ ਨਹੀਂ ਕੀਤਾ ਕਿ ਇਸ ਮਾਮਲੇ 'ਚ ਕੁਝ ਕਰਨਾ ਜੀ। ਹੋਰ ਛੱਡੋ, ਅਕਾਲੀ ਦਲ ਦਾ ਇੱਕ ਵੱਡਾ ਲੀਡਰ, ਸਾਬਕਾ ਪਾਰਲੀਮੈਂਟ ਮੈਂਬਰ, ਪੰਜਾਬ ਦਾ ਸਾਬਕਾ ਮੰਤਰੀ ਰਤਨ ਸਿੰਘ ਅਜਨਾਲਾ ਰੁੱਸ ਕੇ ਵੱਖਰਾ ਹੋ ਗਿਆ, ਟਕਸਾਲੀ ਅਕਾਲੀ ਦਲ ਚਲਾ ਗਿਆ। ਉਹਦਾ ਪੁੱਤਰ ਸਾਬਕਾ MLA ਅਮਰਪਾਲ ਬੋਨੀ ਅਜਨਾਲਾ ਉਹ ਵੀ ਚਲਾ ਗਿਆ। ਅਮਰਪਾਲ ਬੋਨੀ ਨੇ ਜਿਹੜੇ ਬਿਆਨ ਦਿੱਤੇ ਅਤੇ ਜਿਹੜੀਆਂ ਉਹਦੀਆਂ ਵੀਡੀਓ ਨੇ ਜਿਨ੍ਹਾਂ 'ਚ ਮਜੀਠੀਏ ਬਾਰੇ ਬਹੁਤ ਕੁਝ ਕਹਿੰਦਾ ਜੀ, ਉਹ ਤਾਂ ਅਜੇ ਵੀ ਮੌਜੂਦ ਨੇ। ਬਾਅਦ 'ਚ ਸੁਖਬੀਰ ਸਿੰਘ ਬਾਦਲ ਨੇ ਉਹਨੂੰ ਮਨਾ ਲਿਆ, ਮਨਾ ਕੇ ਲਿਆ ਕੇ ਤੇ ਮਜੀਠੀਏ ਦੇ ਗੋਡੀ ਹੱਥ ਵੀ ਲਵਾਤੇ, ਪਰ ਰਿਕਾਰਡ 'ਤੇ ਸਾਰਾ ਕੁਝ ਪਿਆ ਨਾ ਜੀ। ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਆ ਕਿ ਜਿਹੜੇ ਕਾਂਗਰਸੀ ਉਦੋਂ ਅਕਾਲੀਆਂ ਦੇ ਉੱਤੇ ਦੋਸ਼ ਥੱਪਦੇ ਹੁੰਦੇ ਸੀ, ਕੀ ਹੁਣ ਇੱਧਰਲੇ ਪਾਸੇ ਵੀ ਹਿੱਸਾ ਪੱਤੀ ਮਿਲਣ ਲੱਗ ਪਈ ਤਾਂ ਨਹੀਂ ਕੰਮ ਕਰਦੇ? ਜੇ ਨਹੀਂ ਮਿਲਦੀ ਤੇ ਅਗਲੀਆਂ ਚੋਣਾਂ ਫਿਰ ਆ ਗਈਆਂ, ਕੁਝ ਕੰਮ ਤਾਂ ਕਰਕੇ ਵਿਖਾਓ, ਲੋਕਾਂ ਕੋਲ ਜਾਣਾ ਕਿਹੜਾ ਮੂੰਹ ਲੈ ਕੇ ਜੀ। ਅਫਗਾਨਿਸਤਾਨ ਵਿੱਚ ਪਾਕਿਸਤਾਨ ਦੀ ਫੌਜ ਕੰਮ ਕਰ ਰਹੀ ਹੈ, ਇਸ ਤਰ੍ਹਾਂ ਦੀਆਂ ਕੁਝ ਕੁ ਸਬੂਤ ਮਿਲੇ ਆ, ਇਹ ਪੰਨ ਸਾਹਿਬ ਸਹੀ ਹੈ ਗੱਲ? ਸਹੀ ਗੱਲ ਆ। ਔਰ ਇਦੋਂ ਵੀ ਭੈੜੀ ਗੱਲ ਇਹ ਆ ਕਿ ਪਾਕਿਸਤਾਨ ਦੀ ਫੌਜ ਜਿਹੜੀ ਉੱਥੇ ਲੜਦੀ ਪਈ ਆ, ਉਹ ਉਹਨਾਂ ਦਾ ਪੁਰਾਣਾ ਜਿਹੜਾ ਦਾ ਉਹ ਵਰਤ ਕੇ ਲੜ ਰਹੀ ਆ ਕਿ ਸਿਵਲ ਕੱਪੜਿਆਂ 'ਚ ਜਾਂਦੇ ਆ, ਵਰਦੀਆਂ 'ਚ ਨਹੀਂ ਜਾਂਦੇ। ਜਦੋਂ ਮਰ ਜਾਂਦੇ ਆ ਉਹਨਾਂ ਦੀਆਂ ਜੇਬਾਂ ਦੇ ਵਿੱਚੋਂ ਪਾਕਿਸਤਾਨ ਦੀ ਫੌਜ ਦੇ ਆਈ ਕਾਰਡ ਨਿਕਲਦੇ ਆ,
ਸਾਨੂੰ ਕਾਰਗਿਲ ਦੀ ਜੰਗ ਦਾ ਪਤਾ। ਜੀ। ਸਾਡੇ ਪ੍ਰਧਾਨ ਮੰਤਰੀ ਵਾਜਪਾਈ ਨੇ ਆਖਿਆ ਸੀ ਉਹਨਾਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਕਿ ਫਰਵਰੀ ਵਿੱਚ ਮੈਂ ਤੇਰੇ ਨਾਲ ਸਮਝੌਤਾ ਕਰਕੇ ਆਇਆ ਤੇ ਅਪ੍ਰੈਲ ਮੁੱਕਣ ਤੱਕ ਤੇਰੀ ਫੌਜ ਸਾਡੀਆਂ ਪਹਾੜੀਆਂ ਤੇ ਚੜ੍ਹ ਗਈ। ਤੇ ਨਵਾਜ਼ ਸ਼ਰੀਫ ਨੇ ਆਖਿਆ ਜੀ ਮੈਂ ਆਪਣੀ ਫੌਜ ਦੇ ਮੁਖੀ ਜਨਰਲ ਪਰਵੇਜ਼ ਮੁਸ਼ਰਫ ਨੂੰ ਪੁੱਛ ਲਿਆ, ਸਾਡੀ ਫੌਜ ਤਾਂ ਚੜ੍ਹੀ ਨਹੀਂ। ਇਹ ਤਾਂ ਜਹਾਦੀ ਨੇ, ਪਹਿਲਾਂ ਵੀ ਜਹਾਦ ਕਰਦੇ ਸੀ ਭਾਰਤ ਦੇ ਖਿਲਾਫ ਕਸ਼ਮੀਰ ਦੇ ਮੁੱਦੇ ਤੇ, ਹੁਣ ਵੀ ਕਰਦੇ ਪਏ ਆ। ਅਸੀਂ ਇਹਨਾਂ ਨੂੰ ਮੋਰਲ ਸਪੋਰਟ ਦਿੰਦੇ, ਕੋਈ ਹੋਰ ਸਪੋਰਟ ਵੀ ਦੇ ਸਕਦੇ, ਪਰ ਸਾਡੀ ਫੌਜ ਜਿਹੜੀ ਹੈ ਪਹਾੜੀਆਂ ਤੇ ਨਹੀਂ ਚੜ੍ਹੀ। ਜਦੋਂ ਪਾਕਿਸਤਾਨ ਦੇ ਫੌਜੀ ਮਰਨੇ ਸ਼ੁਰੂ ਹੋਏ, ਉਹਨਾਂ ਦੀਆਂ ਮੌਤਾਂ ਦੇ ਨਾਲ ਕਈ ਗੱਲਾਂ ਹੋਰ ਨਿਕਲਣ ਲੱਗ ਪਈਆਂ ਜੀ। ਸਾਡੇ ਬ੍ਰਿਗੇਡੀਅਰ MPS ਬਾਜਵਾ ਦੀ ਚਿੱਠੀ ਦੇ ਉੱਤੇ ਜਿਹੜੀ ਲਾਸ਼ ਵੀ ਨਾਲ ਪਾਕਿਸਤਾਨ ਦੀ ਮੋੜੀ, ਉਹਨਾਂ ਦੇ ਕੈਪਟਨ ਕਰਨਾਲ ਸ਼ੇਰ ਖਾਨ ਦੀ, ਔਰ ਲਿਖ ਕੇ ਭੇਜਿਆ ਕਿ ਤੁਹਾਡਾ ਕੈਪਟਨ ਭਾਵੇਂ ਤੁਸੀਂ ਸਿਵਲ ਡਰੈਸ ਹੀ ਲੜਨ ਭੇਜਿਆ, ਟਰੈਕ ਸੂਟ ਵਿੱਚ ਸੀਗਾ, ਪਰ ਇਹ ਬਹਾਦਰੀ ਨਾਲ ਲੜਿਆ, ਨੂੰ ਅਵਾਰਡ ਦਿਓ। ਪਾਕਿਸਤਾਨ ਦੀ ਸਰਕਾਰ ਤੇ ਉਦੋਂ ਮੰਨਦੀ ਨਹੀਂ ਸੀ ਸਾਡੇ ਫੌਜੀ ਉੱਥੇ ਪਹਾੜੀਆਂ ਤੇ ਚੜ੍ਹਿਆ ਜੀ। ਫਿਰ ਉਸੇ ਨੂੰ ਸਭ ਤੋਂ ਵੱਡਾ ਅਵਾਰਡ ਨਿਸ਼ਾਨੇ ਹੈਦਰ ਵੀ ਦਿੱਤਾ ਸੀ। ਅੱਜ ਪਾਕਿਸਤਾਨ ਦੀ ਸਰਕਾਰ ਨਹੀਂ ਮੰਨਦੀ ਕਿ ਅਫਗਾਨਿਸਤਾਨ 'ਚ ਸਾਡੇ ਫੌਜੀ ਗਏ। ਫੌਜੀਆਂ ਦੇ ਆਈ ਕਾਰਡ ਉਹਨਾਂ ਸਾਰੇ ਅਫਗਾਨਿਸਤਾਨ ਦੀ ਸਰਕਾਰ ਨੇ ਪੇਸ਼ ਕਰ ਦਿੱਤੇ ਜੀ। ਪਰ 14 ਅਗਸਤ ਆ ਲੈਣ ਦਿਓ, ਜਿਹੜੇ ਅਫਗਾਨਿਸਤਾਨ 'ਚ ਮਰੇ ਆ ਉਹਨਾਂ ਦੇ ਨਾਮ ਪਾਕਿਸਤਾਨ ਦੀ ਸਰਕਾਰ ਨੇ ਫਿਰ ਮੰਨ ਲੈਣਾ ਕਿ ਹਾਂ ਸਾਡੀ ਫੌਜ ਦੇ ਹੁਕਮ ਦੇ ਉੱਤੇ ਇਹ ਅਫਗਾਨਿਸਤਾਨ ਦੇ ਜਾ ਕੇ ਲੜੇ ਆ ਤੇ ਜਾਨਾਂ ਦਿੱਤੀਆਂ। ਇੰਨੀ ਬੇਸ਼ਰਮੀ ਨਾਲ ਕਦੇ ਕੋਈ ਸਰਕਾਰ ਆਪਣੇ ਫੌਜੀਆਂ ਨੂੰ ਚਿੱਟੇ ਕੱਪੜੇ ਪਵਾ ਕੇ ਕਦੇ ਜੰਗਾਂ ਲੜਨ ਨਹੀਂ ਭੇਜਦੀ ਹੁੰਦੀ ਜੀ, ਜਿੰਨੀ ਬੇਸ਼ਰਮੀ ਨਾਲ ਪਾਕਿਸਤਾਨ ਦੀ ਸਰਕਾਰ ਭੇਜਦੀ ਆ। ਫਿਰ ਉਹਨਾਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕਰਦੀ ਆ ਤੇ ਜਦੋਂ ਸਾਰਾ ਕੁਝ ਹੋ ਜਾਂਦਾ ਤੇ ਮੁੜ ਕੇ ਮਹੀਨਾ, 2 ਮਹੀਨੇ, 3 ਮਹੀਨੇ ਬਾਅਦ ਇਹ ਗੱਲ ਸਵੀਕਾਰ ਕਰਦੀ ਹੈ ਕਿ ਫੌਜੀ ਸਾਡੇ ਹੀ ਸੀ ਜੋ ਉੱਥੇ ਮਰੇ ਗਏ। ਇਨਕਾਰ ਤਾਂ ਪੰਨੂ ਸਾਹਿਬ ਇਹ ਵੀ ਨਹੀਂ ਕੀਤਾ ਜਾ ਸਕਦਾ ਕਿ ਦੋਹਾਂ ਦੀ ਨਜ਼ਦੀਕੀ ਹੁਣ ਚੀਨ ਦੇ ਨਾਲ ਵੀ ਵੱਧਦੀ ਪਈ ਹੈ। ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਖਬਰਾਂ ਤੇ ਚਰਚਾ ਕਰਨ ਲਈ। ਸੋ ਪ੍ਰੋਗਰਾਮ ਨੂੰ ਇੱਥੇ ਹੁਣ ਸਮਾਪਤ ਕਰਨ ਦਾ ਵੇਲਾ ਆ ਗਿਆ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।